ਹੈਲੋ एवरीवन ਸਭ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਬਹੁਤ ਹੀ ਇੰਪੋਰਟੈਂਟ ਅੱਜ ਇੱਕ ਲੈਕਚਰ ਕਰਨ ਜਾ ਰਹੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਦੀਵਾਲੀ ਆਫਰ ਤੇ ਜਾਂ ਫਿਰ ਦੀਵਾਲੀ ਦੇ ਇੱਕ ਤੋਹਫਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੁਆਰਾ। ਆਪਣੀ ਜੋ ਪੰਜਾਬ ਗਵਰਨਮੈਂਟ ਹੈ ਉਸ ਉਹਦੇ ਦੁਆਰਾ ਜਿਹੜੇ EMPLOYEES ਨੇ, ਗਵਰਨਮੈਂਟ EMPLOYE ਨੇ, ਉਹਨਾਂ ਨੂੰ ਇੱਕ ਤੋਹਫਾ ਦਿੱਤਾ ਗਿਆ। ਤੋਹਫਾ ਤੁਸੀਂ ਦੇਖਿਆ ਹੋਵੇਗਾ ਕਿ ਆਪਣੇ ਦੇਸ਼ ਦੇ ਵਿੱਚ ਇੱਕ ਪੈਨਸ਼ਨ ਸਕੀਮ ਨੂੰ ਲੈ ਕੇ ਰੋਲਾ ਚੱਲ ਰਿਹਾ ਸੀ। ਓਵਰਆਲ ਤੋਹਫਾ ਕੀ ਹੈ, ਆਪਾਂ ਇਹਨੂੰ ਸਮਝਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਦੇਖੋ, ਪੈਨਸ਼ਨ ਤਾਂ ਆਪਣੇ ਦੇਸ਼ ਦੇ ਅੰਦਰ ਦੋ ਸਿਸਟਮ ਚੱਲ ਰਿਹਾ। ਇੱਕ ਤਾਂ ਹੁੰਦਾ ਜੀ ਐਨਪੀਐਸ ਸਿਸਟਮ, ਇਹਨੂੰ ਆਪਾਂ ਬੋਲਦੇ ਹਾਂ ਨਿਊ ਪੈਨਸ਼ਨ ਸਕੀਮ, ਠੀਕ ਹੈ, ਜਾਂ ਇਹਨੂੰ ਬੋਲਿਆ ਜਾਂਦਾ ਹੈ ਸਿਸਟਮ। ਹੁਣ ਮੈਂ ਤੁਹਾਨੂੰ ਦੱਸੂਗਾ ਵੀ ਸਕੀਮ ਕਦੋਂ ਕਹੋਗੇ ਤੇ ਸਿਸਟਮ ਕਦੋਂ ਕਹੋਗੇ। ਇੱਕ ਚੱਲ ਰਿਹਾ ਜੀ ਓਪੀਐਸ, ਜਿਹਨੂੰ ਬੋਲਦੇ ਹੈ ओल्ड पेंशन स्कीम। ओल्ड पेंशन स्कीम, ਇਹਨਾਂ ਦੋਨਾਂ ਦੀ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਇਹਨਾਂ ਦੋਨਾਂ ਦੀ ਗੱਲ ਕਰਨ ਤੋਂ ਪਹਿਲਾਂ ਤੁਸੀਂ ਇੱਕ ਚੀਜ਼ ਸਮਝੋ ਜਿਹਦਾ ਨਾਮ ਹੁੰਦਾ ਹੈ ਪ੍ਰੋਵੀਡੈਂਟ ਫੰਡ। ਇਹ ਪ੍ਰੋਵੀਡੈਂਟ ਫੰਡ ਕੀ ਹੁੰਦਾ ਹੈ ਸਰ? ਇਹ ਹੁੰਦਾ ਹੈ ਜੀ ਪੀਐਫ ਹੁੰਦਾ ਹੈ, ਠੀਕ ਹੈ, ਇਹ ਹੁੰਦਾ ਹੈ ਪੀਐਫ। ਇਹਨੂੰ ਮੈਂ ਸਮਝਾਉਣ ਦੀ ਬਹੁਤ ਤਰੀਕੇ ਨਾਲ ਸਮਝਿਆ ਜੀ, ਡੈਫੀਨੇਸ਼ਨ ਤੇ ਨਾ ਆ ਜਾਓ ਇੱਕ ਵਾਰ। ਜਿਵੇਂ ਮੈਂ ਦੱਸ ਰਿਹਾ, ਪਹਿਲਾਂ ਮੇਰੀ ਲੈਂਗੁਏਜ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤਾਂ ਕਿ ਸਮਝ ਆ ਜਾਏ। ਅਗਰ ਮੈਂ ਤੁਹਾਨੂੰ ਡੈਫੀਨੇਸ਼ਨ ਦਿਖਾਵਾਂ ਤਾਂ ਇੱਥੇ ਕੀ ਕਹਿੰਦੇ ਆ, ਕਹਿੰਦੇ ਪ੍ਰੋਵੀਡੈਂਟ ਜੋ ਫੰਡ ਹੈ इज ए गवर्नमेंट मैनेज, ठीक है, इज ए गवर्नमेंट मैनेज्ड रिटायरमेंट सेविंग स्कीम फॉर एम्प्लॉयज हु कैन कंट्रीब्यूट द पार्ट ऑफ देयर पेंशन फंड ऑफ एवरी मंथ। नहीं समझ आया जी? देखो, प्रोविडेंट फंड की ਹੁੰਦਾ ਇੱਕ ਅਮਾਉਂਟ ਆਫ ਮਨੀ ਹੁੰਦੀ ਹੈ ਜੋ ਤੁਹਾਡੀ ਬੇਸਿਕ ਸੈਲਰੀ ਦੇ ਵਿੱਚੋਂ ਕੱਟੀ ਜਾਂਦੀ ਹੈ, ਜਿਹਨੂੰ ਆਪਾਂ ਬੋਲਦੇ ਹਾਂ ਪੀਐਫ, ਠੀਕ ਹੈ, ਉਹਨੂੰ ਬੋਲਦੇ ਆ ਪ੍ਰੋਵੀਡੈਂਟ ਫੰਡ। ਅਗਰ ਮੈਂ ਪੀਐਫ ਦੀ ਗੱਲ ਕਰਾਂ ਤਾਂ ਪ੍ਰੋਵੀਡੈਂਟ ਫੰਡ ਹੁੰਦਾ ਹੈ, ਠੀਕ ਹੈ, ਇਹ ਤੁਹਾਡੀ ਸੈਲਰੀ ਦੇ ਵਿੱਚੋਂ ਕੁਝ ਅਮਾਉਂਟ ਹੈ ਜਿਹੜੀ ਕੱਟੀ ਜਾਏਗੀ, ਕੁਝ ਅਮਾਉਂਟ ਪਰਸੈਂਟ ਜਿਹੜਾ ਹੈ ਕੱਟਿਆ ਜਾਏਗਾ ਤਾਂ ਕਿ ਜਦੋਂ ਤੁਸੀਂ ਰਿਟਾਇਰ ਹੋ ਜਾਓ ਉਸ ਟਾਈਮ ਦੇ ਉੱਪਰ ਤੁਹਾਨੂੰ ਇਹ ਪੀਐਫ ਹੈ ਜਿਹੜਾ ਇਹ ਮਿਲ ਜਾਵੇ, ਠੀਕ ਹੈ। ਇਹਨੂੰ ਬੋਲਦੇ ਆ ਪ੍ਰੋਵੀਡੈਂਟ ਫੰਡ। ਜਿਹੜੇ ਪੀਐਫ ਫੰਡ ਹੁੰਦੇ ਆ ਇਹ ਹੁੰਦਾ ਕੀ ਹੈ? ਸਭ ਤੋਂ ਪਹਿਲਾਂ ਤਾਂ एक लॉन्ग टर्म इन्वेस्टमेंट है, ठीक है, लॉन्ग टर्म इन्वेस्टमेंट है। पीएफ प्रोविडेंट फंड एक लॉन्ग टर्म इन्वेस्टमेंट है, यानी अगर मान लो आज मैं जॉब ते लग गया, ठीक है, तो मैं की करूंगा इस जॉब दे रहंदे हुए अपनी सैलरी दे विचों कुछ अमाउंट जेड़ा मेरा पैसा है ऑटोमैटिक कट होएगा, मेरे तो पूछा नहीं जाऊगा। मान लो मेरा जेड़ा पीएफ है कहंदे आ भी तुहाडी सैलरी चों 12% कटना है, तो ऑटोमैटिक मेरी सैलरी दे विचों आने तो पहला पीएफ मेरा कटिया जाएगा, ठीक है। लॉन्ग टर्म इन्वेस्टमेंट है, जो मैं रिटायर हो जाऊंगा मैनू मिल जाएगा। ਇਹ ਆਪਾਂ ਨੂੰ ਕੀ ਕਹਿੰਦਾ, ਸੋਸ਼ਲ ਸਿਕਿਉਰਿਟੀ ਪ੍ਰੋਵਾਈਡ ਕਰਵਾ ਰਿਹਾ ਹੈ, ਸੋਸ਼ਲ ਸਿਕਿਉਰਿਟੀ ਪ੍ਰੋਵਾਈਡ ਕਰਵਾ ਰਿਹਾ ਹੈ ਔਰ ਇਹਦੇ ਅੰਦਰ ਸਾਨੂੰ ਕਿਸੇ ਪ੍ਰਕਾਰ ਦਾ ਖਤਰਾ ਨਹੀਂ ਹੈ, ਸਾਡਾ ਪੈਸਾ ਸੇਵ ਹੋ ਰਿਹਾ। ਜਦੋਂ ਮੰਨ ਲਓ ਮੇਰਾ ਪੀਐਫ ਕੱਟਦਾ ਮੰਨ ਲਓ ਜੀ ਜਦੋਂ ਮੈਂ ਰਿਟਾਇਰ ਹੋਣ ਲੱਗਿਆ ਤਾਂ 5 ਲੱਖ ਰੁਪਇਆ ਮੇਰਾ ਪੀਐਫ ਹੋ ਗਿਆ, ਤਾਂ 5 ਲੱਖ ਸਰਕਾਰ ਦਾ ਜੁੜ ਜਾਏਗਾ ਤਾਂ ਮੈਨੂੰ ਕੀ ਮਿਲੇਗਾ, 10 ਲੱਖ ਰੁਪਇਆ ਜਿਹੜਾ ਹੈ ਮੈਨੂੰ ਮਿਲ ਜਾਏਗਾ ਵੀ ਆ ਲਓ ਤੁਹਾਡਾ, ਇਹ ਤੁਹਾਡਾ ਪ੍ਰੋਵੀਡੈਂਟ ਫੰਡ ਹੈ, ਠੀਕ ਹੈ। ਸਮਝ ਆਇਆ? ਇਹ ਚੀਜ਼ ਨੂੰ ਸਮਝ ਆਇਆ? ਇਹਨੂੰ ਬੋਲਦੇ ਆ ਆਪਾਂ ਪੀਐਫ। ਹੁਣ ਪੀਐਫ ਹੁੰਦੇ ਦੋ ਤਰ੍ਹਾਂ ਦੇ, ਇੱਕ ਆਪਣੇ ਕੋਲ ਜਿਹੜਾ ਪੀਐਫ ਹੁੰਦਾ ਹੈ ਇਹ ਹੁੰਦਾ ਹੈ ਜੀ ਈਪੀਐਫ, यानी इनू बोलते हैं असी इंप्लॉयमेंट प्रोविडेंट फंड। और दूसरा होता है जी पीपीएफ। पीपीएफ का मतलब होता है पब्लिक प्रोविडेंट फंड। दोनों डिफरेंट है, दोनों डिफरेंट है। कहता ईपीएफ होता है, एक होता है पीएफ। ईपीएफ का मतलब होता है इंप्लॉयमेंट प्रोविडेंट फंड और पीपीएफ का मतलब होता है पब्लिक प्रोविडेंट फंड। हुण मान लो आप गल करते हाँ ईपीएफ की। सब तो पहला समझने की कोशिश करांगे भी ईपीएफ की हुंदा है। ईपीएफ की हुंदा है एक इंप्लॉय प्रोविडेंट फंड है भी जेड़े तां कर्मचारी ने, ठीक है, ये कर्मचारियों की गल ये उहदी करदा है। मान लो जी अपने कोलों आप सरकारी सिर्फ कर्मचारी की गल करते हैं, वैसे प्राइवेट दे विच भी पीएफ कटिया जाता है, ठीक है, उत्थे भी ईपीएफ हुंदा है। लेकिन मैं तुहानूं दसना चाहूँगा इंप्लॉयमेंट प्रोविडेंट फंड आप सरकार की गल करते हैं, ठीक है।
ਉੱਥੇ ਕੀ ਹੋਏਗਾ, ਤੁਹਾਡਾ ਇਹ ਈਪੀਐਫ 12% ਸਰਕਾਰ ਕੱਟ ਲੈਂਦੀ ਹੈ ਹਰ ਮੰਥ, ਤੁਹਾਡੀ ਬੇਸਿਕ ਸੈਲਰੀ ਦੇ ਵਿੱਚੋਂ ਇਹ ਜਿਹੜਾ ਹੈ 12% ਇਹ ਕੱਟਿਆ ਜਾਏਗਾ। ਔਰ ਇਹਦੀ ਜਿਹੜੀ ਜ਼ਿੰਮੇਵਾਰੀ ਹੋਏਗੀ ਸਾਰੀ ਦੀ ਸਾਰੀ ਕਿਹਦੀ ਹੋਏਗੀ, ਆਪਣੀ ਜਿਹੜੀ ਗਵਰਨਮੈਂਟ ਹੈ ਉਹਦੀ ਜ਼ਿੰਮੇਵਾਰੀ ਹੋਏਗੀ, ਯਾਨੀ ਇੱਕ ਸੇਫ ਹੈ। ਠੀਕ ਹੈ, 12% ਕੱਟਿਆ ਜਾਊਗਾ, ਇੱਕ ਅਪਰੋਕਸੀਮੇਟ ਦੱਸ ਰਿਹਾ, ਔਰ ਇਹ ਗਵਰਨਮੈਂਟ ਇਹਦੀ ਪੂਰੀ ਦੀ ਪੂਰੀ ਜ਼ਿੰਮੇਵਾਰੀ ਲਏਗੀ। ਇਹ ਅੰਡਰ ਆਂਦਾ ਹੈ ਜੀ, ਅੰਡਰ ਆਂਦਾ ਹੈ ਈਪੀਐਫਓ ਦੇ ਅੰਦਰ, यानी इंप्लॉयमेंट प्रोविडेंट फंड एक ऑर्गेनाइजेशन है। ये सारी दी सारी जिहड़ी भी पेंशन कट्टी जिहड़ा तुहाडी सैलरी दे विचों पैसा कट्टिया जाएगा पीएफ दा, ये सारा दा सारा इस ऑर्गेनाइजेशन नूं दे दित्ता जाएगा, ताकि जदों तुसीं रिटायर हो तो उस टाइम तो बाद तुहानूं वो वाला पैसा सारा तुहाडा मिल जाएगा विद इंटरस्ट दे नाल, विद ब्याज दे नाल। तुसीं अपना जिहड़ा पीएफ है 5 साल बाद भी कढ़ा सकते हो, एक कंपलसरी नहीं है, लॉन्ग टर्म नहीं है। अगर सारा पैसा चाहिए है तो जो तुम रिटायर हो जाओगे सारा का सारा पैसा तुहानू मिल जाएगा। ये है अपना ईपीएफओ। और एक होंगे जी पीपीएफओ। पीपीएफओ दे विच होएगा पब्लिक प्रोविडेंट फंड होएगा, ये कोई फिक्स अमाउंट नहीं कट्टी जाती। ठीक है, वो एक लॉन्ग टर्म इन्वेस्टमेंट है। आप ईपीएफओ नूं लॉन्ग टर्म बोल सकते हैं भी जो तुम रिटायर होंगे उस तो बाद तुहानू पैसा मिलेगा। ठीक है, लेकिन एक चीज होर है, वो उधर तुसी अगर पीएफ कटा रहे हो तो वो टैक्स फ्री होएगा। मान लो तुसी एक इन्वेस्टमेंट कर रहे हो, सरकार को पैसा दे रहे हो, 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 ਉਹਦੇ 'ਚ कोई टैक्स नहीं लगेगा ਜਦੋਂ ਤੁਹਾਨੂੰ ਪੈਸਾ ਮਿਲੇਗਾ। सेम सिचुएशन ਇਹਦੇ 'ਚ भी है। ਇੱਥੇ मिनिमम रेट है कि ਤੁਸੀਂ 500 रुपया हर महीना देना है। ठीक है, 500 रुपया ਤੁਸੀਂ हर महीना देना या मैक्सिमम ਤੁਸੀਂ 1.5 ਲੱਖ रुपए दे सकते हो। ਇਹਦੀ ਜਿਹੜੀ ਗ੍ਰੈਜੂਇਟੀ ਜਿਹੜਾ ਤੁਹਾਨੂੰ ਮਿਲੇਗਾ ਲਾਸਟ ਟਾਈਮ ਦੇ ਉੱਤੇ ਆ ਕੇ, ਇਹ 15 ਸਾਲ ਦਾ ਟਾਈਮ ਪੀਰੀਅਡ ਹੁੰਦਾ ਹੈ। 15 ਸਾਲ ਤੋਂ ਪਹਿਲਾਂ ਤੁਸੀਂ ਨਹੀਂ ਕਢਾ ਸਕਦੇ। ਲੇਕਿਨ ईपीएफओ ਦੇ ਵਿੱਚ अगर ਤੁਹਾਨੂੰ कोई एमरजेंसी है, हेल्थ ਦਾ ਤੁਹਾਡਾ ਵਿਆਹ है, तो ਤੁਸੀਂ ਉਸ ਟਾਈਮ ਤੇ ਪੈਸੇ ਕਢਾ ਸਕਦੇ ਹੋ, लेकिन पीएफ 'ਚ ਨਹੀਂ ਕਢਾ ਸਕਦੇ। ਇਹ ਜਦੋਂ ਤੱਕ 15 ਸਾਲ ਪੂਰੇ ਨਹੀਂ ਹੁੰਦੇ ਉਸ ਤੱਕ ਤੋਂ ਉਸ ਤੋਂ ਪਹਿਲਾਂ ਤੁਸੀਂ ਪੈਸੇ ਨਹੀਂ ਕਢਾ ਸਕਦੇ। ਇਹ ਹੁੰਦਾ ਜੀ ईपीएफओ ਤੇ पीपीएफ। ਹੁਣ ਦੇਸ਼ ਦੇ ਅੰਦਰ ਜਿਹੜਾ ਭਗਵੰਤ ਮਾਨ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਇੱਕ ਤੋਹਫਾ ਦਿੱਤਾ, ਕਹਿੰਦੇ ਵੀ 올ਡ ਪੈਨਸ਼ਨ ਸਕੀਮ ਸਾਡੇ ਪੰਜਾਬ ਰਾਜ ਦੇ ਵਿੱਚ ਲਾਗੂ ਕੀਤੀ ਜਾਂਦੀ ਹੈ। What is meaning old pension scheme या फिर न्यू pension scheme? भी जो चल रही है नैशनल पेंशन स्कीम चल रही है तो फिर सानू ओल्ड पेंशन की जरूरत क्यों पई या फिर न्यू पेंशन की जरूरत क्यों पई? ये चीज़ां बहुत सारियां आंदियां। पहली गल तो ये सुनो, करंट दे रिलेटेड एक न्यूज़ दे विच कि अपनियां जिहड़ियां सारियां स्टेटां ने अपने इंडिया दी लगभग स्टेटां डिमांड करदियां भी ओल्ड पेंशन स्कीम जिहड़ी है आनी ही आनी चाहिए, एनपीएस नहीं होना चाहिए। अगर मैं तुहानूं दस्सां एनपीएस ते ओल्ड पेंशन स्कीम दे विच डिफरेंस की गल करिए तो मेनली डिफरेंस इत्थे समझण की कोशिश करो। अगर मैं कह रहा जी ओल्ड पेंशन स्कीम, ओल्ड पेंशन स्कीम का लाभ पहला किनू मिलता सीगा भी जेड़े भी 2004 तो पहला भर्ती होए ने उन्हां नूं ओल्ड पेंशन स्कीम का की मिलूगा, लाभ मिलेगा। यानी इस ओल्ड पेंशन स्कीम दे विच की सीगा ਤੁਹਾਡਾ ਇੱਕ ਫਿਕਸ ਅਮਾਉਂਟ ਜਿਹੜੀ ਹੈ ਕੱਟੀ ਜਾ ਰਹੀ ਹੈ ਪੀਐਫ ਦੀ, ਕੋਈ ਦਿੱਕਤ ਨਹੀਂ ਹੈ ਜੀ। ਲੇਕਿਨ ਜਦੋਂ ਤੁਸੀਂ ਰਿਟਾਇਰ ਹੋ ਜਾਓਗੇ ਪੂਰਾ ਪੈਸਾ ਤੁਹਾਨੂੰ ਵਾਪਸ ਮਿਲ ਜਾਏਗਾ। ਪਲੱਸ ਕੀ ਹੋਏਗਾ, ਇੱਕ ਤੁਹਾਡੇ ਕੋਲ ਸਿਕਿਉਰਿਟੀ ਹੋਏਗੀ ਕਿ ਜਦੋਂ ਤੁਸੀਂ ਰਿਟਾਇਰ ਹੋਵੋਗੇ ਹਰ ਮੰਥ ਆਪਾਂ ਨੂੰ ਕੀ ਮਿਲੇਗਾ, ਹਰ ਮੰਥ ਕੀ ਮਿਲੇਗਾ ਜੀ, ਇੱਕ ਆਪਣੇ ਕੋਲੋਂ ਪੈਨਸ਼ਨ ਆਇਆ ਕਰੇਗੀ। ठीक है, हर मंथ तुहाडे कोल की आया करेगी, पेंशन आया करेगी, यानी फिक्स पेंशन आया करेगी। मैं जो मान लो मैं 2004 तो पहला भर्ती होया, ठीक है, मेरी सैलरी दे विचों सरकार पैसा कटदी है और सारा दा सारा पैसा कित्थे जा रहा है, ईपीएफओ दे विच जा रहा है। मेरा पैसा कटिया गया, ईपीएफओ दे विच चला गया। हुण जदों मैं रिटायर होऊंगा तो सरकार ने कहा भी जिहड़े 2004 तो पहला च भर्ती होए है उन्हां नूं असीं पेंशन दिया करांगे। ਇਹਦੇ ਵਿੱਚ ਕੀ ਸੀਗਾ ਕਿ ਪੂਰੀ ਦੀ ਪੂਰੀ ਅਮਾਉਂਟ ਜਿਹੜੀ ਹੈ, ਠੀਕ ਹੈ, ਪੂਰੀ ਦੀ ਪੂਰੀ ਅਮਾਉਂਟ ਜਿਹੜੀ ਹੈ ਪੈਨਸ਼ਨ ਦੀ ਸਾਡੀ ਇਹ ਗਵਰਨਮੈਂਟ ਹੀ ਸਾਨੂੰ ਦੇਗੀ। ਯਾਨੀ ਇਹਦੇ ਵਿੱਚ ਸਾਡਾ ਕੋਈ ਇਨਵੈਸਟਮੈਂਟ ਨਹੀਂ ਹੋਏਗੀ, ਪੂਰੀ ਪੈਨਸ਼ਨ ਸਰਕਾਰ ਸਾਨੂੰ ਦੇਗੀ। ਇਹ ਤਾਂ 올ਡ ਪੈਨਸ਼ਨ ਸਕੀਮ ਸੀਗੀ। ਔਰ ਇਹਦੇ ਵਿੱਚ ਤੁਹਾਨੂੰ ਅਗਰ ਸਰਕਾਰ ਡੀਏ ਵਧਾ ਰਹੀ ਹੈ, ਜਿਹਨੂੰ ਆਪਾਂ ਬੋਲਦੇ ਹਾਂ ਡੀਅਰਨੈਸ ਅਲਾਉੈਂਸ, ਡੀਏ ਵਧਾ ਰਹੀ ਹੈ तो ओदा भी तुहानू लाभ मिलेगा। टाइम टू टाइम तुहाडी पेंशन इंक्रीज होंदी रहेगी। ये सीगी ओल्ड पेंशन स्कीम। दूसरी साइड ते आंदी है जी न्यू पेंशन स्कीम, बोल दो
ਠੀਕ ਹੈ। ਪਹਿਲਾ ਨਿਊ ਪੈਨਸ਼ਨ ਸਕੀਮ ਬੋਲਦੇ ਸੀ ਇਹਨੂੰ। ਕਿਉਂ ਬੋਲਦੇ ਸੀ? ਇਹ ਸਿਰਫ ਨਾ ਜਿਹੜੀ ਗਵਰਨਮੈਂਟ EMPLOYE ਆ ਉਹਨਾਂ ਦੇ ਲਈ ਚਲਾਈ ਗਈ, ਵੀ ਜਦੋਂ ਤੁਸੀਂ ਰਿਟਾਇਰ ਹੋਵੋਗੇ ਤਾਂ ਇਹ ਤੁਹਾਨੂੰ ਫਾਇਦਾ ਦੇਗੀ। ਹੈ ਕਿ ਮੈਂ ਸਾਰੀ ਦੱਸੂਗਾ। ਲੇਕਿਨ ਫਿਰ ਬਾਅਦ ਵਿੱਚ ਗਵਰਨਮੈਂਟ ਨੇ ਕੀ ਕੀਤਾ, ਇਹਨਾਂ ਨੂੰ ਪ੍ਰਾਈਵੇਟ ਜਿਹੜੇ ਪਾਰਟਨਰ ਹੈ, ਪ੍ਰਾਈਵੇਟ ਜਿਹੜੇ EMPLOYE ਹੈ, ਉਹਨਾਂ ਨੂੰ ਵੀ ਕਹਿ ਦਿੱਤਾ ਵੀ ਤੁਸੀਂ ਵੀ ਆ ਸਕਦੇ ਹੋ। ਤਾਂ ਇਹਨੂੰ ਕੀ ਬਣਾ ਦਿੱਤਾ ਗਿਆ? ਸਿਸਟਮ ਬਣਾ ਦਿੱਤਾ ਗਿਆ। ਨਿਊ ਪੈਨਸ਼ਨ ਸਕੀਮ ਹੈ ਜਿਹੜੇ 2004 ਤੋਂ ਬਾਅਦ ਸਰਕਾਰ ਦੇ ਮਤਲਬ ਗਵਰਨਮੈਂਟ ਡਿਪਾਰਟਮੈਂਟ ਦੇ ਵਿੱਚ ਭਰਤੀ ਹੋਏ ਨੇ, ਉਹਨਾਂ ਦੇ ਲਈ ਜਿਹੜੀ ਹੈ ਸਿਸਟਮ ਲਾਗੂ ਹੋਇਆ। ਇਹਦੇ ਵਿੱਚ ਕੀ ਸੀਗਾ? ਕੁਝ ਅਮਾਉਂਟ ਤੁਸੀਂ ਪੇ ਕਰੋਗੇ ਔਰ ਕੁਝ ਅਮਾਉਂਟ ਕੀ ਕਰੇਗੀ? ਸਰਕਾਰ ਪੇ ਕਰੇਗੀ। ਔਰ ਤੁਹਾਡਾ ਪੈਸਾ ਜਿਹੜਾ ਹੋਏਗਾ ਕੀ ਕੀਤਾ ਜਾਏਗਾ? ਤੁਹਾਡਾ ਪੈਸਾ ਜਾਂ ਤਾਂ ਗਵਰਨਮੈਂਟ ਬੌਂਡ ਖਰੀਦਣ 'ਚ ਲਗਾ ਲਿੱਤਾ ਜਾਏਗਾ ਜਾਂ ਫਿਰ ਕੀ ਕੀਤਾ ਜਾਏਗਾ? ਉਹਨੂੰ ਸ਼ੇਅਰ ਮਾਰਕੀਟ ਦੇ ਵਿੱਚ ਲਗਾ ਦੇਣਗੇ। ਠੀਕ ਹੈ। ਇਹ ਨਹੀਂ ਹੈ ਵੀ ਜਿਹੜਾ ਤੁਸੀਂ ਪੈਸਾ ਦਿੱਤਾ ਵਾਪਸ ਨਹੀਂ ਮਿਲੇਗਾ। ਜਿਹੜਾ ਤੁਸੀਂ ਪੈਸਾ ਦਿੱਤਾ ਉਹ ਤਾਂ ਤੁਹਾਨੂੰ ਵਾਪਸ ਮਿਲੇਗਾ ਹੀ ਮਿਲੇਗਾ। ਠੀਕ ਹੈ। ਜਿਹੜਾ ਤੁਸੀਂ ਪੈਸਾ ਦਿੱਤਾ ਉਹ ਤਾਂ ਤੁਹਾਨੂੰ ਵਾਪਸ ਮਿਲੇਗਾ ਹੀ ਮਿਲੇਗਾ। ਲੇਕਿਨ ਇੱਕ ਸ਼ੋਰਟੀ ਇਹ ਨਹੀਂ ਹੈ ਕਿ ਇਸ ਪੈਸੇ ਤੋਂ ਇਲਾਵਾ ਤੁਹਾਨੂੰ ਉੱਪਰ ਕਿੰਨੇ ਪੈਸੇ ਮਿਲਣਗੇ। ਅਗਰ ਮੰਨ ਲਓ ਮੈਂ ਇੱਥੇ 50 ਰੁਪਏ ਜਮ੍ਹਾਂ ਕਰਾ ਦਿੱਤੇ ਤਾਂ ਮੈਨੂੰ 50 ਵਿਆਜ ਵਿਊਜ ਦੇ ਸਮਾਤ ਨਾਲ ਮੈਨੂੰ 100 ਰੁਪਇਆ ਮਿਲੂਗਾ ਹੀ ਮਿਲੂਗਾ। 올ਡ ਪੈਨਸ਼ਨ ਸਕੀਮ 'ਚ ਆ ਫਿਕਸ ਸੀ ਵੀ ਵਿਆਜ ਮਿਲੂਗੀ। ਲੇਕਿਨ ਇੱਥੇ ਜਿਹੜਾ ਤੁਸੀਂ ਪੈਸਾ ਕਟਵਾ ਰਹੇ ਹੋ, ਸਰਕਾਰ ਵੀ ਤੁਹਾਡੇ ਨਾਲ ਬਰਾਬਰ ਭਾਗੀਦਾਰੀ ਕਰ ਰਹੀ ਹੈ, ਬਟ ਇਹ ਗਵਰਨਮੈਂਟ ਬੌਂਡ ਦੇ ਵਿੱਚ ਲਗਾਤਾ, ਸ਼ੇਅਰ ਮਾਰਕੀਟ ਦੇ ਵਿੱਚ ਲਗਾਤਾ। ਲੇਕਿਨ ਇਹ ਕੰਪਲਸਰੀ ਨਹੀਂ ਹੈ। ਤੁਹਾਡੀ ਜਿਹੜੀ ਪੈਸਾ ਹੈ ਉਹ ਤਾਂ ਤੁਹਾਨੂੰ ਦੇ ਦਿੱਤਾ ਜਾਏਗਾ, ਬਟ ਇਹ ਚੀਜ਼ ਕੰਪਲਸਰੀ ਨਹੀਂ ਹੈ ਵੀ ਉੱਪਰ ਕਿੰਨੇ ਪੈਸੇ ਮਿਲਣਗੇ। ਡਿਪੈਂਡ ਕਰੇਗਾ ਕਿ ਉਸ ਟਾਈਮ ਸ਼ੇਅਰ ਮਾਰਕੀਟ ਦੇ ਵਿੱਚ ਕੀ ਚੱਲ ਰਿਹਾ ਹੈ ਔਰ ਜਿਹੜੇ ਗਵਰਨਮੈਂਟ ਬੌਂਡ ਹੈਗੇ ਨੇ ਉਹਨਾਂ ਦਾ ਕੀ ਭਾਵ ਹੈਗਾ। ਤੇ ਅਗਰ ਇਹਦਾ ਜਿਹੜਾ ਘਾਟਾ ਸੀਗਾ EMPLOYE ਨੂੰ ਵੀ ਹੈ ਤੇ ਸਰਕਾਰ ਨੂੰ ਵੀ ਹੈ, ਸਟੇਟ ਗਵਰਨਮੈਂਟ ਨੂੰ ਵੀ ਹੈ। ਕਿਉਂ ਗਵਰਨਮੈਂਟ ਨੂੰ, ਸਟੇਟ ਗਵਰਨਮੈਂਟ ਨੂੰ ਕਿਉਂ ਹੈ? ਮੰਨ ਲਓ ਜੀ ਸ਼ੇਅਰ ਮਾਰਕੀਟ ਦਾ ਭਾਅ ਬਹੁਤ ਜ਼ਿਆਦਾ ਉੱਚਾ ਹੋ ਗਿਆ ਤਾਂ ਸਰਕਾਰ ਨੂੰ ਜ਼ਿਆਦਾ ਪੈਸਾ ਦੇਣਾ ਪਏਗਾ। ਗਵਰਨਮੈਂਟ ਬੌਂਡ ਹੈ ਜਿਹੜੇ, ਇਹਦਾ ਭਾਅ ਬਹੁਤ ਜ਼ਿਆਦਾ ਉੱਚਾ ਹੋ ਗਿਆ ਤਾਂ ਵੀ ਸਰਕਾਰ ਨੂੰ ਪੈਸਾ ਦੇਣਾ ਪਏਗਾ। ਬਟ ਅਗਰ ਡਾਊਨਫੋਲ ਚੱਲ ਰਿਹਾ ਤਾਂ EMPLOYE ਨੂੰ ਘਾਟਾ ਹੋਏਗਾ। ਮਤਲਬ ਕੋਈ ਫਿਕਸ ਨਹੀਂ ਹੈ, ਇੱਕ ਸਿਕਿਉਰਿਟੀ ਨਹੀਂ ਹੈ ਵੀ ਤੁਹਾਨੂੰ ਇੰਨਾ ਪੈਸਾ ਉੱਚਾ ਮਿਲੇਗਾ ਹੀ ਮਿਲੇਗਾ। ਲੇਕਿਨ ਇੱਥੇ ਹੈ ਵੀ ਜਿੰਨੇ ਪੈਸੇ ਤੁਹਾਡੇ ਹੋਣਗੇ ਉਹਦੇ ਉੱਪਰ ਇੰਨੇ ਪੈਸੇ ਹੋਰ ਤੁਹਾਨੂੰ ਮਿਲਣਗੇ ਹੀ ਮਿਲਣਗੇ। ਇਹ ਸੀਗਾ ਨਿਊ ਪੈਨਸ਼ਨ ਤੇ 올ਡ ਪੈਨਸ਼ਨ ਸਕੀਮ ਦੇ ਵਿੱਚ ਡਿਫਰੈਂਸ। ਇਸੇ ਕਰਕੇ ਜਿਹੜੀਆਂ ਆਪਣੀਆਂ ਸਰਕਾਰ ਹੈਗੀਆਂ ਨੇ ਉਹ ਸਾਰੀਆਂ ਚਾਹੁੰਦੀਆਂ ਵੀ 올ਡ ਪੈਨਸ਼ਨ ਸਕੀਮ ਨੂੰ ਹੀ ਲਾਗੂ ਕੀਤਾ ਜਾਵੇ। ਸਟੇਟ ਖੁਦ ਚਾਹੁੰਦੇ ਨੇ ਵੀ ਉਸ 올ਡ ਪੈਨਸ਼ਨ ਸਕੀਮ ਨੂੰ ਲਾਗੂ ਕੀਤਾ ਜਾਵੇ। ਆਪਣੇ ਭਾਰਤ ਸਟੇਟ ਦੇ ਵਿੱਚ 4 ਇਹੋ ਜੀਆਂ ਸਟੇਟਾਂ ਬਣ ਗਈਆਂ ਨੇ ਜਿਨ੍ਹਾਂ ਨੇ ਕੀ ਕੀਤਾ ਹੈ? 올ਡ ਪੈਨਸ਼ਨ ਸਕੀਮ ਨੂੰ ਲਾਗੂ ਕੀਤਾ ਹੈ। ਕੀ ਕਹਿ ਰਿਹਾ ਜੀ? ਸੈਵਰਲ ਸਟੇਟ ਹੈਗੇ ਜਿਨ੍ਹਾਂ ਨੇ ਵਾਪਿਸ 올ਡ ਪੈਨਸ਼ਨ ਸਕੀਮ ਨੂੰ ਲਾਗੂ ਕੀਤਾ ਹੈ। ਰਾਜਸਥਾਨ, ਛੱਤੀਸਗੜ੍ਹ ਤੇ ਝਾਰਖੰਡ ਨਵਾਂ ਚੌਥਾ ਰਾਜ ਬਣ ਗਿਆ ਹੈ ਪੰਜਾਬ। ਇਹਨਾਂ ਨੇ ਇੰਪਲੀਮੈਂਟ ਕਰ ਦਿੱਤੀ ਹੈ ਨਿਊ ਪੈਨਸ਼ਨ ਸਕੀਮ ਨੂੰ, ਨੈਸ਼ਨਲ ਪੈਨਸ਼ਨ ਸਕੀਮ ਨੂੰ ਖਤਮ ਕਰਤਾ। ਲੇਕਿਨ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਕਿ ਅਗਰ ਤੁਸੀਂ ਨੈਸ਼ਨਲ ਪੈਨਸ਼ਨ ਸਕੀਮ ਦੇ ਵਿੱਚ ਆਣਾ ਚਾਹੁੰਦੇ ਹੋ ਤਾਂ ਆ ਸਕਦੇ ਹੋ, ਕੋਈ ਦਿੱਕਤ ਨਹੀਂ। ਅਗਰ ਤੁਸੀਂ ਨਿਊ ਪੈਨਸ਼ਨ ਸਕੀਮ ਲੈਣਾ ਚਾਹੁੰਦੇ ਹੋ ਤਾਂ ਨਿਊ ਪੈਨਸ਼ਨ ਸਕੀਮ ਲੈ ਸਕਦੇ ਹੋ। ਹੈਗੇ ਦੋਵੇਂ ਟੈਕਸ ਫਰੀ ਨੇ। ਠੀਕ ਹੈ। ਤਾਂ ਇਹ ਜਿਹੜੀ 올ਡ ਪੈਨਸ਼ਨ ਸਕੀਮ ਹੈ, ਬੀਜੇਪੀ ਦੀ ਸਰਕਾਰ ਨੇ 2003 ਦਸੰਬਰ 2003 ਦੇ ਵਿੱਚ 올ਡ ਪੈਨਸ਼ਨ ਸਕੀਮ ਨੂੰ ਖਤਮ ਕਰਕੇ ਨਿਊ ਪੈਨਸ਼ਨ ਸਕੀਮ ਜਿਹੜੀ ਹੈ 1 ਅਪ੍ਰੈਲ 2004 ਤੋਂ ਸਟਾਰਟ ਕੀਤਾ ਸੀ। ਠੀਕ ਹੈ। 1 ਅਪ੍ਰੈਲ 2004 ਤੋਂ ਸਟਾਰਟ ਕੀਤਾ ਸੀਗਾ। ਮੈਂ ਤੁਹਾਨੂੰ ਦੱਸ ਚੁੱਕਿਆ 올ਡ ਪੈਨਸ਼ਨ ਸਕੀਮ ਇਜ਼ ਪ੍ਰੋਮਿਸ a fixed monthly income to government employee after the retirement। ਮਤਲਬ ਜਦੋਂ ਤੁਸੀਂ ਰਿਟਾਇਰ ਹੋ ਜਾਓਗੇ ਉਸ ਟਾਈਮ ਤੇ ਤੁਹਾਨੂੰ ਇੱਕ ਫਿਕਸ ਜਿਹੜੀ ਹੈ ਮੰਥਲੀ ਜਿਹੜੀ ਹੈ ਇਨਕਮ ਜਾਂ ਮੰਥਲੀ ਇੱਕ ਪੈਸੇ ਦੀ ਪੋਟਲੀ ਮੰਨ ਲਓ ਤੁਹਾਡੇ ਕੋਲ ਆ ਜਾ ਕਰੇਗੀ ਵੀ ਆ ਲਓ ਬਈ ਤੁਹਾਡਾ ਮਹੀਨੇ ਦਾ ਖਰਚਾ। ਠੀਕ ਹੈ। ਇਟ ਪ੍ਰੋਵਾਈਡ ਦਾ 50% ਆਫ ਦਾ ਲਾਸਟ ਡਾਊਨ ਸੈਲਰੀ ਆਫ ਦਾ ਪੈਨਸ਼ਨ। ਬਈ ਜਿੰਨੀ ਵੀ ਤੁਹਾਡੀ ਸੈਲਰੀ ਹੈ, ਮੰਨ ਲਓ ਮੇਰੀ ਸੈਲਰੀ 50,000 ਰੁਪਏ ਹੈ ਤਾਂ ਜਦੋਂ ਮੈਂ ਰਿਟਾਇਰ ਹੋਇਆ ਤਾਂ ਮੈਨੂੰ 25,000 ਰੁਪਏ ਫਿਕਸ ਹੈ ਬਈ ਮਿਲਣਗੇ ਹੀ ਮਿਲਣਗੇ। ਹਾਂ ਉਸ ਤੋਂ ਬਾਅਦ ਜੇ ਮੇਰਾ ਆਪਾਂ ਕਹਿ ਸਕਦੇ ਹਾਂ ਡੀਏ ਵਗੈਰਾ ਲੱਗਦਾ ਰਿਹਾ ਤਾਂ ਵੱਧਦੀ ਰਹੇਗੀ ਸੈਲਰੀ। ਇਹਦੇ ਉੱਪਰ ਕੋਈ ਐ ਨਹੀਂ ਹੈ ਵੀ ਠੇਪਾ ਹੀ ਲੱਗ ਗਿਆ ਵੀ 25,000 ਤੋਂ ਉੱਤੇ ਤੁਹਾਨੂੰ ਦੇਣਾ ਨਹੀਂ ਹੈ। ਠੀਕ ਹੈ। ਕਹਿੰਦੇ no tax benefit are applicable to the employees income under the old pension scheme does not attract the tax or only government employee are eligible for receiving the old pension scheme after the retirement। टैक्स टुक्स नहीं लगता। ठीक है। और सिर्फ ते सिर्फ ਜਿਹੜੇ ਗਵਰਨਮੈਂਟ EMPLOYE ਹੈਗੇ ਨੇ ਉਹੀ 올ਡ ਪੈਨਸ਼ਨ ਸਕੀਮ ਦਾ ਲਾਭ ਲੈ ਸਕਦੇ ਨੇ। ਅਗਰ ਨਿਊ ਪੈਨਸ਼ਨ ਸਕੀਮ ਦੀ ਗੱਲ ਕਰੋ ਤਾਂ ਇਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਰਿਸਕੀ ਹੁੰਦੀ ਹੈ। ਠੀਕ ਹੈ। ਸਰਕਾਰ ਪੈਸਾ ਲਗਾਉਂਦੀ ਹੈ ਲੇਕਿਨ ਹਾਂ 18 ਤੋਂ ਲੈ ਕੇ 65 ਸਾਲ ਤੱਕ ਦੇ ਲੋਕ ਐਲੀਜੀਬਲ ਹੈ। ਪ੍ਰਾਈਵੇਟ ਲੋਕ ਵੀ ਤੁਸੀਂ ਹੁਣ ਵੀ ਇਹਦੇ ਵਿੱਚ ਪਾਰਟਨਰਸ਼ਿਪ ਕਰ ਸਕਦੇ ਹੋ ਜਾ ਕੇ ਆਪਣਾ 500 ਰੁਪਏ ਮਹੀਨਾ ਜੇ ਮੰਨ ਲਓ ਜੋ ਵੀ ਹੈ ਉਹ ਕਹਿ ਰਹੇ ਨੇ ਤਾਂ ਤੁਸੀਂ ਉਹ ਦੇਣਾ ਸਟਾਰਟ ਕਰੋਗੇ ਤਾਂ ਤੁਹਾਨੂੰ ਨਿਊ ਪੈਨਸ਼ਨ ਸਕੀਮ ਦੇ ਵਿੱਚ ਰੱਖਿਆ ਜਾਏਗਾ। ਠੀਕ ਹੈ। ਇੱਕ ਹੁੰਦਾ ਜੀ ਤੁਸੀਂ ਇਹ ਵੀ ਸੁਣਿਆ ਹੋਏਗਾ ਸਰਕਾਰ ਨੇ ਮਹਿੰਗਾਈ ਭੱਤਾ ਵਧਾ ਦਿੱਤਾ। ਇਹਨੂੰ ਬੋਲਦੇ ਆ ਮਹਿੰਗਾਈ ਭੱਤਾ ਜਿਹੜਾ ਸਰਕਾਰ ਨੇ 6% ਵਧਾ ਦਿੱਤਾ। ਆਪਣਾ ਚੱਲ ਰਿਹਾ ਸੀਗਾ 28%, ਹੁਣ ਕਿੰਨਾ ਹੋ ਗਿਆ 34%।
ਇਹ ਮਹਿੰਗਾਈ ਭੱਤਾ ਵਧਾਉਣ ਦਾ ਕਾਰਨ ਇਹ ਹੁੰਦਾ ਹੈ ਕਿ ਜਿਹੜੀ ਸਰਕਾਰ ਹੈ ਉਹ ਚਾਹੁੰਦੀ ਕਿ ਸਾਡੇ ਗਵਰਨਮੈਂਟ ਐਮਪਲੋਏ ਦੇ ਉੱਪਰ ਕਿਸੇ ਤਰ੍ਹਾਂ ਦਾ ਬਰਡਨ ਨਾ ਆਵੇ, ਤਾਂ ਪੈਨਸ਼ਨਰ ਨੂੰ ਉਹ ਸਰਕਾਰੀ ਕਰਮਚਾਰੀਆਂ ਨੂੰ ਦੋਨਾਂ ਨੂੰ ਮਹਿੰਗਾਈ ਭੱਤਾ ਦਿੱਤਾ ਜਾਂਦਾ ਹੈ। ਇਹਨੂੰ ਜੇ ਅਗਰ ਨਾਪਿਆ ਜਾਂਦਾ ਹੈ ਤਾਂ ਤੁਹਾਡੀ ਬੇਸਿਕ ਸੈਲਰੀ ਦੇ ਅਕੋਰਡਿੰਗ ਇਹਨੂੰ ਇਨਕਰੀਜ਼ ਕੀਤਾ ਜਾਂਦਾ ਹੈ। ਜਿਵੇਂ ਮੰਨ ਲਓ ਹੁਣ ਮੈਂ ਤੁਹਾਨੂੰ ਦੱਸਦਾ ਵੀ ਤੁਹਾਡੀ ਸੈਲਰੀ ਮੰਨ ਲਓ 50, ਆਪਾਂ ਲੱਖ ਰੁਪਏ ਮੰਨ ਲੈਂਦੇ ਹਾਂ, ਵੱਡੀ ਕਰਦੇ ਹਾਂ ਥੋੜਾ ਜਿਹਾ, ਲੱਖ ਰੁਪਏ ਤੁਹਾਡੀ ਸੈਲਰੀ ਹੈ, ਇਹਦੇ ਉੱਪਰ ਹੁਣ ਮੰਨ ਲਓ ਸਰਕਾਰ ਨੇ ਕਿੰਨਾ ਕਰਤਾ 6% ਜਿਹੜਾ ਡੀਏ ਇਨਕਰੀਜ਼ ਕਰਤਾ, ਇਹਨੂੰ ਡਿਵਾਈਡ ਬਾਈ 100 ਕੀਤਾ, ਤਾਂ ਮੇਰੇ ਕੋਲ ਕਿੰਨਾ ਬਣ ਗਿਆ ਜੀ, ਮੇਰੇ ਕੋਲ ਕਿੰਨਾ ਬਣ ਗਿਆ 6 ਹੋ ਗਿਆ 6000, ਠੀਕ ਹੈ 6000 ਰੁਪਏ ਮੈਨੂੰ ਕੀ ਮਿਲੇਗਾ, ਮੇਰਾ ਮਹਿੰਗਾਈ ਭੱਤਾ ਮਿਲੇਗਾ, ਡੀਏ ਮਿਲੇਗਾ। ਇਹਨੂੰ ਹਾਊਸਿੰਗ ਦੇ ਉੱਪਰ ਮੋਬਾਈਲ ਦੇ ਖਰਚਿਆਂ ਦੇ ਅਕੋਰਡਿੰਗ ਇਹਨੂੰ ਨਾਪਿਆ ਜਾਂਦਾ ਹੈ, ਤਾਂ ਲਗਭਗ ਮੈਨੂੰ ਹੁਣ ਸਾਲ ਦਾ ਕਿੰਨਾ ਮਿਲਣਾ ਸਟਾਰਟ ਹੋ ਜਾਏਗਾ 1,06,000 ਰੁਪਏ, ਆ ਮੇਰਾ ਡੀਏ ਹੋਏਗਾ। ਠੀਕ ਹੈ, ਯਾਨੀ ਜਿਹੜਾ ਡੀਏ ਹੁੰਦਾ ਇਹਨੂੰ ਬੋਲਦੇ ਡੀਅਰਨੈਸ ਅਲਾਊਂਸ। ਇਹ ਚਾਹੁੰਦੇ ਵੀ ਸਰ ਜਿਹੜਾ ਕੋਸਟ ਆਫ ਲਿਵਿੰਗ ਹੈ ਤੁਹਾਡਾ ਲਿਵਿੰਗ ਆਫ ਸਟੈਂਡਰਡ ਨੂੰ ਮੇਨਟੇਨ ਰੱਖਣ ਦੇ ਲਈ ਸਰਕਾਰ ਕੀ ਕਰਦੀ ਹੈ, ਗਵਰਨਮੈਂਟ ਐਮਪਲੋਏ ਦੇ ਲਿਵਿੰਗ ਆਫ ਸਟੈਂਡਰਡ ਨੂੰ ਮੇਨਟੇਨ ਰੱਖਣ ਦੇ ਲਈ ਡੀਏ ਟਾਈਮ ਟੂ ਟਾਈਮ ਇਨਕਰੀਜ਼ ਕਰਦੀ ਰਹਿੰਦੀ ਹੈ। ਜਿਵੇਂ ਜਿਵੇਂ ਮਹਿੰਗਾਈ ਇਨਕਰੀਜ਼ ਹੁੰਦੀ ਹੈ ਉਸੇ ਅਪਰੋਕਸੀਮੇਟ ਤੇ ਕੀ ਕਰਦੀ ਹੈ ਸਰਕਾਰ, ਡੀਏ ਵੀ ਇਨਕਰੀਜ਼ ਕਰਦੀ ਰਹਿੰਦੀ ਹੈ। ਠੀਕ ਹੈ, ਇਹਨੂੰ ਅਗਰ ਆਪਾਂ ਦੇਖਦੇ ਹਾਂ ਹਾਊਸਿੰਗ ਰੈਂਟ ਦੇ ਅਕੋਰਡਿੰਗ ਦੇਖਿਆ ਜਾਏਗਾ, ਮੋਬਾਈਲ ਦੇ ਖਰਚਿਆਂ ਦੇ ਅਕੋਰਡਿੰਗ ਦੇਖਿਆ ਜਾਏਗਾ, ਤੇਲ ਫੇਲ ਸਭ ਕੁਝ ਦੇਖ ਕੇ ਫਿਰ ਸਰਕਾਰ ਕੀ ਕਰਦੀ ਹੈ ਵੀ ਅਸੀਂ ਮਹਿੰਗਾਈ ਭੱਤਾ ਇੰਨਾ ਇਨਕਰੀਜ਼ ਕਰਦੇ। ਹੁਣ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਸੀਗਾ 28% ਚੱਲ ਰਿਹਾ ਸੀ, ਹੁਣ ਕਿੰਨਾ ਚੱਲ ਰਿਹਾ ਹੈ 34% ਜਿਹੜਾ ਹੈ ਮਹਿੰਗਾਈ ਜਿਹੜਾ ਭੱਤਾ ਜਿਹੜਾ ਆਪਣੇ ਪੰਜਾਬ ਦੇ ਵਿੱਚ ਚੱਲ ਰਿਹਾ। ਠੀਕ ਹੈ, ਇਹ ਸੀਗਾ ਇੱਕ ਓਵਰਵਿਊ ਜਿਹੜਾ ਮੈਂ ਤੁਹਾਨੂੰ ਦੇ ਦਿੱਤਾ ਐਨਪੀਐਸ ਬਾਰੇ, 올ਡ ਪੈਨਸ਼ਨ ਸਕੀਮ ਬਾਰੇ, ਜਿਹੜਾ ਤੁਸੀਂ ਦੇਖਣਾ ਸੀ। ਠੀਕ ਹੈ ਜੀ, ਔਰ ਇਸ ਤੋਂ ਇਲਾਵਾ ਹੁਣ ਤੁਸੀਂ ਇਹ ਚੀਜ਼ ਨੋਟ ਕਰੋ ਕਿ ਆਪਣੇ ਇਲੈਕਟ੍ਰਿਕ ਇੰਗਲਿਸ਼ ਦਾ ਜਿਹੜਾ ਆਫੀਸ਼ੀਅਲ ਵੈਬਸਾਈਟ ਹੈ ਉਸ ਵੈਬਸਾਈਟ ਦੇ ਉੱਪਰ ਤੁਹਾਨੂੰ ਪਤਾ ਹੈ ਕਿ ਆਪਾਂ ਇੱਕ ਦੀਵਾਲੀ ਆਫਰ ਲਗਾਇਆ ਸੀ। ਇਸ ਦੀਵਾਲੀ ਆਫਰ ਨੂੰ ਅੱਜ ਦੇ ਦਿਨ ਦੇ ਲਈ ਐਕਸਟੈਂਡ ਕਰ ਦਿੱਤਾ ਗਿਆ ਹੈ, ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਕੋਲ ਮੈਸੇਜ ਆ ਰਹੇ ਸੀ ਕਿ ਸਰ ਅਸੀਂ ਦੀਵਾਲੀ ਕਰਕੇ ਨਹੀਂ ਕਰ ਪਾਏ, ਸਾਨੂੰ ਟਾਈਮ ਨਹੀਂ ਮਿਲ ਪਾਇਆ, ਤਾਂ ਤੁਹਾਡੇ ਲਈ ਇੱਕ ਦੀਵਾਲੀ ਦਾ ਸਪੈਸ਼ਲ ਆਫਰ ਅੱਜ ਦੇ ਲਈ ਐਕਸਟੈਂਡ ਕੀਤਾ ਜਾਂਦਾ ਹੈ। ਤਾਂ ਜਿਹੜੇ ਵੀ ਸਟੂਡੈਂਟ ਬਾਈ ਕਰਨਾ ਚਾਹੁੰਦੇ ਨੇ ਤਾਂ ਜਲਦੀ ਤੋਂ ਜਲਦੀ ਤੁਸੀਂ ਇਸ ਆਫਰ ਦਾ ਲਾਭ ਲੈਣ ਦੇ ਲਈ ਬਾਈ ਕਰ ਸਕਦੇ ਹੋ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਵਨ ਸਟਾਪ ਸੋਲੂਸ਼ਨ ਫॉर ਐਵਰੀ ਪੰਜਾਬ ਐਗਜ਼ਾਮ, ਤਾਂ ਉਹ ਹੈ ਜੀ ਲਕਸ਼ਯ ਬੈਚ। ਲਕਸ਼ਯ ਬੈਚ ਜਿਹੜਾ ਤੁਹਾਨੂੰ ਹੈ ਇਹ ਸਿਰਫ ਤੇ ਸਿਰਫ 4100 ਰੁਪਏ ਦਾ ਮਿਲ ਰਿਹਾ ਹੈ। ਠੀਕ ਹੈ, 4100 ਰੁਪਏ ਦਾ ਲਕਸ਼ਯ ਬੈਚ ਮਿਲ ਰਿਹਾ ਹੈ 1 ਈਅਰ ਦੀ ਵੈਲਿਡਿਟੀ ਦੇ ਨਾਲ। ਕਲੀਅਰ ਸਭ ਨੂੰ? ਔਰ ਇਸ ਤੋਂ ਇਲਾਵਾ ਮੰਜ਼ਿਲ ਬੈਚ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ 1100 ਰੁਪਏ ਦਾ ਮਿਲੇਗਾ 1 ਸਾਲ ਦੀ ਵੈਲਿਡਿਟੀ ਦੇ ਨਾਲ। और इलेक्ट्रिकली ग्रामर करना चाहते हो तो 1500 रुपए का बैच है जी। और PYQ प्लस वीडियो सोल्यूशन और डिलीवरी चार्जेस के अकॉर्डिंग तुहानू पूरी की पूरी यह बुक पेगी 783 रुपए की। तो जल्दी तो जल्दी तुसी इस ऑफर का लाभ लैण दे लई अपनी ऑफिशियल वैबसाइट ते जाके जल्दी तो जल्दी तुसी कोर्स नू बाय कर सकते। ठीक है जी। सो होर ज्यादा वीडियोस देखने दे लई और अपने एग्जाम के टारगेट के रिलेटेड बैच ਨੂੰ ਖਰੀਦਣ ਦੇ ਲਈ ਤੁਸੀਂ ਇਲੈਕਟ੍ਰਿਕ ਇੰਗਲਿਸ਼ ਦੀ ਵੈਬਸਾਈਟ ਤੇ ਜਾ ਸਕਦੇ ਹੋ ਔਰ ਵੀਡੀਓ ਦੇਖਣ ਦੇ ਲਈ ਤੁਸੀਂ ਇਲੈਕਟ੍ਰਿਕ ਇੰਗਲਿਸ਼ ਦਾ ਜਿਹੜਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਸਕਦੇ ਹੋ। ਸੋ ਆਲ ਦੀ ਬੈਸਟ, ਥੈਂਕ ਯੂ।